ਇੱਕ ਵਾਕਿਆ ਸਾਡੇ ਕਲਚਰ ਦੇ ਵਿੱਚ ਇਸਲਾਮੀ ਜਿਹੜਾ ਅੱਜ ਤੋਂ 4,500 ਸਾਲ ਪਹਿਲੇ ਦਾ ਵਾਕਿਆ, ਜਿਹਨੂੰ ਕਿੱਸਾ ਯੂਸੁਫ अलैहिस्सलाम ਕਹਿੰਦੇ ਆ, ਜਿਹਦਾ ਕੁਰਾਨ ਦੇ ਵਿੱਚ ਵੀ ਜ਼ਿਕਰ ਆ ਤੇ ਮੇਰੇ ਪਾਕ ਨਬੀ सल्लल्लाहु अलैहि वसल्लम ਨੂੰ ਇਹ ਕਾਫਰਾਂ ਨੇ ਤਾਨਾ ਵੀ ਕੀਤਾ ਸੀ ਵੀ ਤੇਰਾ ਇੰਨਾ ਕਲਾਮ ਆਇਆ ਤੇ ਜਿਹੜਾ ਇੱਕ ਐਸਾ ਪੈਗੰਬਰ ਹੋਇਆ ਉਹਦਾ ਵਿੱਚ ਵਾਕਿਆ ਹੀ ਨਹੀਂ। ਤੇ ਅੱਲਾਹ ਪਾਕ ਨੇ ਕੁਰਾਨ ਦਾ ਵਿੱਚ ਯੂਸੁਫ अलैहिस्सलाम ਦੀ ਸੂਰਤ ਉਤਾਰ ਦਿੱਤੀ। ਇਹ ਲੰਮਾ ਬਹੁਤ ਕਿੱਸਾ ਵਾ, ਇਹਨੂੰ ਬਿਆਨ ਕਰਨ ਵਾਸਤੇ 3 ਦਿਨ ਤੇ 3 ਰਾਤਾਂ ਵੀ ਬਿਆਨ ਕਰਦੇ ਰਹੀਏ ਤੇ ਨਹੀਂ ਮੁੱਕਦਾ। ਮੁਖਤਸਰ ਗੱਲ ਇਹ ਆ ਜਿਹੜੀ ਉਹਦੇ ਵਿੱਚੋਂ ਮਾਖਜ ਆ, ਗੁਲਾਬ ਦੇ ਫੁੱਲ ਸੁੰਘਿਆ ਕੁਛ ਵੀ ਨਹੀਂ ਬਣਦਾ ਜਿੰਨਾ ਚਿਰ ਗੁਲਾਬ ਬਣੀ ਹੈ। ਖੁਸ਼ਬੂਆਂ ਲਾਉਣ ਵਾਲੇ ਉਹਨਾਂ 'ਚੋਂ ਬਦਬੂਆਂ ਆਉਂਦੀਆਂ ਤੇ ਜਿਹੜੇ ਬਦਬੂਆਂ ਵਾਲੇ ਉਹਨਾਂ 'ਚੋਂ ਖੁਸ਼ਬੂਆਂ ਆਉਂਦੀਆਂ। ਯਾਨੀ ਬੰਦੇ ਦਾ ਬੇਸ ਜਿਹੜਾ ਉਹ ਕਿਰਦਾਰ ਆ, ਈਮਾਨ, ਸੱਚਾਈ ਤੇ ਦਿਆਨਤਦਾਰੀ। ਜਿਸ ਬੰਦੇ ਦੇ ਵਿੱਚ ਇਹ ਨਹੀਂ, ਜਿੱਥੇ ਮਰਜ਼ੀ ਭੱਜਾ ਫਿਰੇ ਉਹ ਕੀ ਫਾਇਦਾ। ਜਿਸ ਵੇਲੇ ਯੂਸੁਫ अलैहिस्सलाम ਦੇ ਬਾਪ ਨੇ ਉਹਦੇ ਭਰਾਵਾਂ ਨੇ ਜਾ ਕੇ ਕੁੜਤਾ ਦਿੱਤਾ ਕਿ ਤੇਰੇ ਪੁੱਤ ਨੂੰ ਯੂਸੁਫ अलैहिस्सलाम ਨੂੰ ਬਘਿਆੜਾਂ ਨੇ ਖਾ ਲਿਆ, ਤੇ ਦੱਸਿਆ ਇਸ ਤਰ੍ਹਾਂ ਜਾਂਦਾ ਕਿ ਉਹਨਾਂ ਤੇ ਬਤਾਨ ਲਾ ਦਿੱਤਾ ਬਘਿਆੜਾਂ ਤੇ। ਉਹ ਵਾਕਿਆ ਹੁੰਦਾ ਰਿਹਾ, ਚੱਲਦਾ ਰਿਹਾ ਬੜਾ ਦੇਰ। ਉਹ ਇਹੋ ਗੱਲ ਤੇ ਬਜੇਦ ਰਹੇ ਵੀ ਯੂਸੁਫ अलैहिस्सलाम ਉਹ ਕਹੀ ਗਿਆ ਵੀ ਨਹੀਂ, ਉਹ ਕਹੀ ਗਿਆ ਵੀ ਖਾ ਲਿਆ ਬਘਿਆੜਾਂ। ਵਾਕਿਆ ਦੇ ਮੁਤਾਬਕ ਇੱਕ ਦਿਨ ਉਹਨਾਂ ਨੇ ਕਿਹਾ ਜਾਓ ਹੁਣ ਬਘਿਆੜਾਂ ਨੂੰ ਸੱਦ ਮਾਰ ਕੇ ਲਿਆਓ ਤੇ ਬਘਿਆੜ ਫੜ ਕੇ ਲਿਆਓ, ਮੈਂ ਉਹਨਾਂ ਨੂੰ ਪੁੱਛਾਂ ਤੇ ਸਹੀ ਵੀ ਵਾਕਿਆ ਹੀ ਖਾ ਲਿਆ ਵਾ। ਉਹ ਗਏ ਤੇ ਜਾਂਦਿਆਂ ਨੂੰ ਇੱਕ ਵੇਖਿਆ ਤੇ ਇੱਕ ਝਾੜੀਆਂ ਦੇ ਓਲੇ ਨਾ ਇੱਕ ਪੁੱਠਾ ਹੋ ਕੇ ਤੇ ਬਘਿਆੜੀਆ ਬੇੜੀਆ ਜਿਹੜਾ ਇਹਨੂੰ ਗੁਰਗ ਵੀ ਕਹਿੰਦੇ, ਇਹਨੂੰ ਫਾਰਸੀ 'ਚ ਇਹਨੂੰ ਗੁਰਗ ਵੀ ਕਹਿੰਦੇ ਆ। ਉਹ ਜਿਸ ਤਰ੍ਹਾਂ ਸ਼ੇਖ ਸਾਦੀ ਰਹਿਮਤੁल्लाह अलैह ਨੇ ਲਿਖਿਆ ਵਾ, ਦਰ ਜਵਾਨੀ ਤੋਬਾ ਕਰਦਨ ਸ਼ੇਵਾਏ ਪਗੰਬਰੀ ਵਕਤੇ ਪੀਰੀ ਗੁਰਗੇ ਜ਼ਾਲਮ ਮੇਸ਼ਵਦ ਪਰਹੇਜ਼ਗਾਰ। ਯਾਨੀ ਜਵਾਨੀ ਦੀ ਤੋਬਾ ਕਰੋ ਤੇ ਸ਼ੇਵਾਏ ਪਗੰਬਰੀ ਆ, ਇਹ ਪਗੰਬਰਾਂ ਦਾ ਦਰਜਾ ਮਿਲਦਾ। ਤੇ ਜੇ ਬੁਢਾਪੇ 'ਚ ਕੀਤੀ ਤੇ ਜਹੀ ਕੀਤੀ, ਉਹ ਤੇ ਬਘਿਆੜ ਵੀ ਬੋੜਾ ਹੋ ਕੇ ਕਹਿੰਦਾ ਯਾਰ ਸ਼ਿਕਾਰ 'ਚ ਕੀ ਰੱਖਿਆ, ਜਦੋਂ ਪੜਿਆ ਹੀ ਕੱਖ ਨਹੀਂ ਜਾਣਾ ਹੈ। ਜਦੋਂ ਕਸਟਮ 'ਚ ਲੱਗੇ ਹੁਣ ਪੈਸੇ ਲਈ ਜਾਣੇ ਤੇ ਜਦੋਂ ਹਟ ਜਾਣਾ ਆਖਣ ਨਹੀਂ ਜੀ ਹੁਣ ਤੇ ਸੂਫੀ ਬਰਕਤ ਅਲੀ ਦੇ ਮਰੀਦ ਹੋ ਗਏ, ਹੁਣ ਤੇ ਛੱਡ ਦਿੱਤਾ ਸਭ ਕੁਝ। ਫਾਇਦਾ ਕੀ ਆ? ਜਿਹੜਾ ਮੈਨੂੰ ਲੁੱਟ ਲਿਆ ਮੈਂ ਤੇ ਜਾ ਕੇ ਉੱਥੇ ਆ ਗਿਆ ਵਾਂ, ਕਿਸੇ ਮੁਸੀਬਤ 'ਚ ਫਸ ਗਿਆ ਤੇ ਮਗਰੋਂ ਮੇਰੇ ਮਗਰੋਂ ਤੂੰ ਕੁਰਬਾਨੀਆਂ ਕਰੀ ਜਾ, ਊਠ ਕਰੀ ਜਾ, ਮੈਨੂੰ ਕੀ ਫਾਇਦਾ, ਮੈਂ ਤੇ ਮੇਰੀ ਤੇ ਜਾਨ ਉੱਥੇ ਖੁੱਸ ਗਈ ਆ। ਇਹ ਚੀਜ਼ਾਂ ਜਿਹੜੀਆਂ ਗਲਤ ਵਾ ਨਾ। ਉਹਨਾਂ ਨੇ ਕੀ ਕੀਤਾ, ਸਰਕਾਰ ਨੇ ਉਹ ਬਘਿਆੜ ਨੂੰ ਲੈਣ ਦਾ, ਬਘਿਆੜ ਲਿਆ ਕੇ ਤੇ ਉਹਨੂੰ ਰੱਖ ਲਿਆ ਤੇ ਮੁੰਡੇ ਪਰਾਂ ਚਲੇ ਗਏ। ਉਹ ਬਘਿਆੜ ਨਾਲ ਉਹਨਾਂ ਆਖਿਆ ਇੱਥੇ ਰੱਖ ਬੰਨ ਦਿੱਤਾ। ਸਰਕਾਰ ਨੇ ਬਘਿਆੜ ਦੇ ਸਿਰ ਦੇ ਉੱਤੇ ਹੱਥ ਫੇਰਿਆ ਤੇ ਕਹਿਣ ਲੱਗੇ ਹੁਕਮ ਅੱਲਾ ਦੇ ਨਾਲ ਬੋਲ ਹਾਂ ਤੇ ਮੈਨੂੰ ਦੱਸ ਵੀ ਇਹ ਵਾਕਿਆ ਕੀ ਹੈ। ਉਹਨੇ ਆਖਿਆ ਪੈਗੰਬਰੇ ਖੁਦਾ, ਉਹਨੂੰ ਜਦੋਂ ਹੱਥ ਫੇਰਿਆ ਤੇ ਹੁਕਮ ਅੱਲਾ ਦਾ ਹੋ ਗਿਆ ਤੇ ਉਹ ਬੋਲਣ ਲੱਗ ਪਿਆ। ਉਹਨੇ ਆਖਿਆ ਮੈਨੂੰ ਸਾਰੇ ਵਾਕਿਆ ਦਾ ਪਤਾ, ਮੈਨੂੰ ਸਾਰੇ ਵਾਕਿਆ ਦਾ ਪਤਾ ਵਾ, ਲੇਕਿਨ ਤੁਹਾਡੇ ਹੁਕਮ ਤੋਂ ਪਹਿਲਾਂ ਹੀ ਮੈਨੂੰ ਹੁਕਮ ਆ ਗਿਆ ਵਾ ਤੇ ਗੱਲ ਨਹੀਂ ਦੱਸਣੀ, ਰੋਜ਼ੇ ਮੈਸ਼ਰ ਨੂੰ ਚੁਗਲਖੋਰਾਂ 'ਚ ਹੋ ਜਾਣਾ ਤੇ ਇਸ ਵਾਸਤੇ ਮੈਂ ਗੱਲ ਨਹੀਂ ਦੱਸਣ ਦਿਆ, ਪਤਾ ਮੈਨੂੰ ਸਾਰਾ ਹੀ ਆ। ਤੇ ਉਹਨੇ ਆਖਿਆ ਚੱਲ ਤੈਨੂੰ ਇਸ ਗੱਲ ਦਾ ਤੇ ਪਤਾ, ਮੈਂ ਸਮਝ ਗਿਆ ਤੇਰੀ ਗੱਲ। ਉਹਨੇ ਆਖਿਆ ਪੈਗੰਬਰ ਦਾ ਗੋਸ਼ਤ, ਪੈਗੰਬਰ ਤੇ ਦੂਰ ਦੀ ਗੱਲ, ਜਿਹੜਾ ਪੈਗੰਬਰ ਨੂੰ ਚੰਗਾ ਬੰਦਾ ਮੰਨਣ ਵਾਲਾ ਸੀ ਤੇ ਉਹਨੂੰ ਵੀ ਨਹੀਂ ਹੱਥ ਲਾਉਣਾ। ਪੈਗੰਬਰ ਤੇ ਬਹੁਤ ਵੱਡੀ ਗੱਲ ਆ, ਕੋਈ ਜਾਨਵਰ ਵੀ ਨਹੀਂ ਇਹਨਾਂ ਨੂੰ ਛੇੜਦਾ, ਇਹਨਾਂ ਦੇ ਗੁਲਾਮਾਂ ਨੂੰ ਵੀ ਨਹੀਂ ਛੇੜਦਾ। ਜਿਨ੍ਹਾਂ ਨੂੰ ਅਸੀਂ ਛੇੜਦੇ ਉਹ ਸਾਡੇ ਰੰਗੇ ਹੀ ਆ, ਉਹਨਾਂ ਨੂੰ ਜਾਨਵਰਾਂ ਨਾਲੋਂ ਵੀ ਬਦਤਰ ਆ ਜਿਨ੍ਹਾਂ ਨੂੰ ਅਸੀਂ ਪੜੀ ਫਿਰਦੇ ਹਾਂ। ਅਸੀਂ ਉਸ ਬੰਦੇ ਨੂੰ ਤੇ ਸਲਾਮ ਕਰਦੇ ਹਾਂ ਜਿਹੜਾ ਪੈਗੰਬਰਾਂ ਦੇ ਮੰਨਣ ਵਾਲਾ ਵਾ ਜਾਂ ਪੈਗੰਬਰ ਵਾ, ਸਾਡੇ ਵਾਸਤੇ ਉਹ ਹਰਾਮ ਆ, ਅਸੀਂ ਨਹੀਂ ਉਹਨਾਂ ਨੂੰ ਹੱਥ ਵੀ ਲਾਉਂਦੇ, ਉਹ ਕਾਬਲੇ ਤਜੀਮ ਆ। ਅੱਛਾ, ਉਹਨਾਂ ਨੇ ਕੀ ਕੀਤਾ ਵੀ ਉਹ ਫੈਸਲਾ ਚੱਲਦਾ ਰਿਹਾ। ਉਹਨਾਂ ਪੁੱਛਿਆ ਹੁਣ ਦੱਸ ਤੂੰ ਕਿਸ ਤਰ੍ਹਾਂ ਇੱਥੇ ਆਇਆ, ਚੱਲ ਇਹ ਕਿੱਸਾ ਤੂੰ ਛੱਡ, ਅਗਲਾ ਕਿੱਸਾ ਦੱਸ ਵੀ ਤੂੰ ਕਿਸ ਤਰ੍ਹਾਂ ਆਇਆ। ਉਹਨੇ ਆਖਿਆ ਮੈਂ ਮਿਸਰ 'ਚ ਰਹਿੰਦਾ ਸੀ ਤੇ ਮੈਂ ਮਿਸਰ ਦੇ ਵਿੱਚੋਂ ਆਇਆ ਵਾਂ। ਮਿਸਰ ਦੇ ਵਿੱਚੋਂ ਜਦੋਂ ਮੈਂ ਆਇਆ ਨਾ ਤੇ ਮੈਂ ਦਿਨੇ ਲੰਮੇ ਪੈ ਰਹਿਣਾ ਤੇ ਰਾਤ ਨੂੰ ਸਫ਼ਰ ਕਰਨਾ। 1100 ਊਠਾਂ ਦਾ ਸਫ਼ਰ ਵਾ
1100 ਮੀਲ ਊਠਾਂ ਦਾ ਮੀਲ। ਅੱਛਾ ਅੱਛਾ ਊਠਾਂ ਦਾ ਮੀਲ ਜਿਹੜਾ ਤੈਨੂੰ ਨਹੀਂ ਇਹਦੀ ਡੈਫੀਨੇਸ਼ਨ ਆਉਂਦੀ ਜਾਂ ਸਮਝ ਨਹੀਂ ਨਾ ਆਉਂਦੀ ਤਾਂ ਮੈਂ ਤੈਨੂੰ ਦੱਸ ਦਿੰਦਾ। ਹਾਂਜੀ ਇਹ 7 ਮਰਬਿਆਂ ਦਾ ਮੀਲ ਹੁੰਦਾ ਜਿਹੜਾ ਊਠਾਂ ਦਾ ਮੀਲ ਹੁੰਦਾ। ਅੱਛਾ ਅੱਛਾ ਜਿਹੜਾ ਆਮ ਗਿਣਤੀ 'ਚ ਹੁੰਦਾ ਨਾ ਹਾਂਜੀ ਉਹ ਹੁੰਦਾ ਜੇ ਆਪਣਾ 5 ਮਰਬਿਆਂ ਦਾ। ਸਹੀ ਜਿਹੜਾ ਅੰਗਰੇਜ਼ਾਂ ਨੇ ਕੱਢਿਆ ਉਹ 1760 ਗਜਾਂ ਦਾ ਹੁੰਦਾ ਜੇ। ਅੱਛਾ ਅੱਛਾ ਸਮਝ ਨਾ ਹਰ ਚੀਜ਼ ਦੀ ਤੈਨੂੰ ਮੈਂ ਡੈਫੀਨੇਸ਼ਨ ਸਮਝਾ ਕੇ ਫੇਰ ਗੱਲ ਕਰਨੀ। ਅੱਛਾ ਅੱਛਾ ਉਹ 1100 ਊਠਾਂ ਦਾ ਜਿਹੜਾ ਉਹਦਾ ਪੰਡ ਕਿੰਨਾ ਕੁ ਬਣਦਾ ਲਾਮਤਨਾਈ ਹਾਂਜੀ ਜਿਹੜਾ ਸਾਡੇ ਮਤਲਬ ਹੁਣ ਤੁਸੀਂ ਕੈਲਕੂਲੇਟ ਤੇ ਕਰਨ ਨੂੰ ਰਹੇ ਹਾਂਜੀ ਭਈ ਬੇਤਹਾਸ਼ਾ ਬਣਦਾ। ਅੱਛਾ ਉਹ ਕਹਿੰਦਾ ਮੈਂ 17 ਦਿਨਾਂ ਤੇ 17 ਰਾਤਾਂ ਦੇ ਵਿੱਚ ਉਹ ਪਾਂਡਾ ਤੈਅ ਕਰਕੇ ਆਇਆ। ਹਾਂਜੀ ਜਦੋਂ ਮੈਂ ਇੱਥੇ ਆਇਆ ਤੇ ਮੈਂ ਉਹਨੇ ਜੰਗਲ ਦੇ ਦੂਸਰੇ ਜਾਨਵਰਾਂ ਨੂੰ ਪੁੱਛਿਆ ਵੀ ਹਾਂ ਵੀ ਦੱਸੋ ਮੇਰਾ ਇੱਥੇ ਭਰਾ ਸੀ। ਅੱਛਾ ਉਹਨਾਂ ਆਖਿਆ ਚੌਥਾ ਦਿਨ ਹੋਇਆ ਜਦੋਂ ਮੈਂ ਆਇਆ। ਇਹ ਬਾਅਦ 'ਚ 4 ਦਿਨ 5 ਗਏ ਹੈ ਨਾ। ਇਹ 15-16 ਦਿਨ ਮਗਰੋਂ ਗਏ ਹੈ ਅੱਛਾ ਜਿਹੜਾ ਮੈਨੂੰ ਫੜ ਕੇ ਤੇਰੇ ਕੋਲ ਆਂਦਾ। ਅੱਛਾ ਉਹਨਾਂ ਮੈਨੂੰ ਦੱਸਿਆ ਵੀ ਤੇਰੇ ਭਰਾ ਨੂੰ ਫਾਈਆਂ ਨੇ ਸ਼ਿਕਾਰੀਆਂ ਨੇ ਫੜਿਆ ਤੇ ਮਾਰ ਦਿੱਤਾ। ਅੱਛਾ ਮੈਂ ਉਸ ਗਮ ਦੇ ਵਿੱਚ ਸੁੱਤਾ ਪਿਆ ਵਾਂ ਤੇ ਮੈਂ ਬੋਸ਼ਾਂ ਤੇ ਨਾ ਜਾ ਕੇ ਮੇਰੇ ਗਲ 'ਚ ਰੱਸਾ ਪਾ ਕੇ ਲੈਣ ਦਾ। ਉਹਨੇ ਆਖਿਆ ਜਿਹੜਾ ਮੇਰਾ ਦਾਦਾ ਸੀ ਉਹ ਤੇਰੇ ਦਾਦੇ ਨੂੰ ਮੰਨਦਾ ਸੀ ਅੱਛਾ ਇਬਰਾਹਿਮ ਅਲੈਹਿਸਲਾਮ ਨੂੰ। ਅੱਛਾ ਉਹਨੇ ਕਿਹਾ ਜਿਹੜਾ ਭਰਾ ਨੂੰ ਉਲਫਤ ਦੇ ਨਾਲ ਮਿਲ ਲਾਵੇ ਇਹ ਨਾ ਹੋਵੇ ਆਖੇ ਵੀ ਮੈਂ ਉਹਦੇ ਤੋਂ ਝੋਨਾ ਲਿਆਊਂ ਤੇ ਮੂੰਜੀ ਲਿਆਊਂ ਤੇ ਉਹਦੇ ਤੋਂ ਪੈਸੇ ਲਿਆ ਕੇ ਤੇ ਮੁੜ ਕੇ ਮੈਂ ਕਿਹੜੇ ਦੇਣੇ ਆ। ਇਹ ਨਹੀਂ ਭਰਾ ਨੂੰ ਭਰਾ ਸਮਝ ਕੇ ਮਿਲੇ। 500 ਅਕਬਰ ਹਜ ਦਾ ਸਵਾਬ ਆ ਸਹੀ ਯਾਨੀ ਖਲੂਸੇ ਨੀਅਤ ਦੇ ਨਾਲ ਜਿਸ ਤਰ੍ਹਾਂ ਮਾਂ ਤੇ ਪੁੱਤ ਮਿਲਦੇ ਆ ਇਸ ਤਰ੍ਹਾਂ ਹੀ ਭਰਾ ਮਿਲਣ ਖਲੂਸ ਨਾਲ ਅੱਛਾ ਬਗੈਰ ਕਿਸੇ ਲਾਲਚ ਤੋਂ ਤੇ 500 ਅਕਬਰ ਹਜ ਦਾ ਸਵਾਬ ਆ। ਸਹੀ ਤੇ ਉਹ ਮੇਰੀ ਸਰਕਾਰ ਨੇ ਜਿਹੜੀ ਗੱਲ ਕੀਤੀ ਉਹ ਅੱਜ ਤੱਕ ਵੀ ਇਸੇ ਤਰ੍ਹਾਂ ਹੁਣ ਇੱਥੇ ਭਰਾ ਭਰਾਵਾਂ ਨੂੰ ਦਾਜ ਕਰਨ ਡਏ ਆ ਭਰਾ ਭਰਾਵਾਂ ਨੂੰ ਕਰਨ ਡਏ ਆ। ਇਹਨਾਂ ਚੀਜ਼ਾਂ ਤੋਂ ਗਰੇਜ ਕਰੋ। ਅੱਲਾ ਨੇ ਨਮਾਜ਼ ਦਾ ਰੋਜ਼ੇ ਦਾ ਹੁਕਮ ਦਿੱਤਾ ਤੇ ਇਹਦੇ ਮੁਤਾਬਕ ਇਹ ਹੁਣ ਮੈਂ ਹੀ ਫਰਜ਼ ਕਰੋ ਮੈਂ ਝੂਠ ਨਹੀਂ ਮਾਰਦਾ ਮੇਰੀ ਵੀ ਜ਼ਿੰਦਗੀ ਲੰਘ ਹੀ ਜਾਣੀ ਹੈ ਤੇ ਜੇ ਮੈਂ ਮਾਰੀ ਜਾਊਂ ਤੇ ਤਦ ਵੀ ਜ਼ਿੰਦਗੀ ਲੰਘਣੀ ਆ ਤੇ ਮਾਰਨ ਦੀ ਲੋੜ ਕਿਹੜੀ ਆ। ਘਾਟਾ ਤੇ ਉਹ ਵੀ ਆ ਜਿਹੜਾ ਉਤਰਾ ਵੀ ਆ ਜਾਣਾ ਉਤਰਾ ਵੀ ਆ ਜਾਣਾ ਤੇ ਦੁਆ ਮੰਗੋ ਅੱਲਾ ਤੁਹਾਨੂੰ ਆਪਣਾ ਕਰਮ ਰੱਖੇ ਤੇ ਰਹਿਮਤ ਰੱਖੇ ਤੇ ਤੁਸੀਂ ਸਹੀ ਹਕਾਇਕ ਗੱਲ ਤੁਰੇ ਰਹੋ ਤੇ ਅੱਲਾ ਤਾਲਾ ਤੁਹਾਡੀ ਮਦਦ ਕਰਦਾ ਰਹੇ। ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਅੰਡਰਲਾਈਜ਼ ਕਰੋ ਇਹਨਾਂ 'ਤੇ ਅਮਲ ਕਰੋ ਨਾ ਕਿ ਬਹੁਤਾ ਇਲਮ ਦਾ ਕੀ ਹੈ। ਇਲਮ ਤੇ ਸ਼ੈਤਾਨ ਤੋਂ ਥੋੜ੍ਹਾ ਹੈ। ਇਲਮ ਦੀ ਕੋਈ ਬਾਤ ਨਹੀਂ ਬਾਤ ਸਿਰਫ ਅਮਲ ਦੀ ਹੈ।